ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਟੌਪਿਕ ਆਪਣਾ ਹੈਗਾ ਮਲਟੀਪਲ ਸ਼ਾਪਸ, ਜਿਨ੍ਹਾਂ ਨੂੰ ਚੇਨ ਸਟੋਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਵਾ। ਮਲਟੀਪਲ ਸ਼ਾਪਸ ਮੀਨਸ ਵਿਸਤ੍ਰਿਤ ਦੁਕਾਨਾਂ, ਇਹ ਕਿਹਨਾਂ ਨੂੰ ਕਿਹਾ ਜਾਂਦਾ ਵਾ? ਇਹ ਸਭ ਤੋਂ ਪਹਿਲਾਂ ਰਾਜੇ ਇਹ ਕੀ ਹੁੰਦਾ? ਐਕਸਟੈਂਸ਼ਨ ਆਫ ਰਿਟੇਲ ਬਿਜ਼ਨਸ। ਰਿਟੇਲ ਬਿਜ਼ਨਸ ਮੀਨਸ ਪਰਚੂਨ ਵਪਾਰ। ਜਦੋਂ ਪਰਚੂਨ ਵਪਾਰ ਨੂੰ ਆਪਾਂ ਵੱਡੇ ਲੈਵਲ ਤੇ ਐਕਸਪੈਂਡ ਕਰ ਦਿੰਦੇ ਆ ਤੇ ਉਹ ਕਹਿੰਦੇ ਕਿਸ ਟਾਈਪ ਚ ਆ ਜਾਂਦੇ ਆ? ਮਲਟੀਪਲ ਸ਼ਾਪ ਦੇ ਵਿੱਚ। ਇਹ ਆਪਾਂ ਕਰਦੇ ਕਿਉਂ ਆ? ਆਪਣਾ ਪਰਪਸ ਕੀ ਹੁੰਦਾ? ਇਹਦਾ ਪਰਪਸ ਹੁੰਦਾ ਟੂ ਇਨਕਰੀਜ਼ ਦਾ ਸੇਲਸ। ਦ ਰਿਟੇਲਰ ਸਟੈਬਲਿਸ਼ ਦ ਸ਼ਾਪਸ ਇਨ ਡਿਫਰੈਂਟ ਲੋਕੈਲਿਟੀਜ਼ ਆਫ ਦ ਸਿਟੀ। ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਲਈ, ਸੇਲ ਇਨਕਰੀਜ਼ ਕਰਨ ਦੇ ਲਈ ਰਿਟੇਲਰ ਕੀ ਕਰਦੇ ਆ? ਆਪਣੀਆਂ ਸ਼ਾਪਸ ਨੂੰ ਡਿਫਰੈਂਟ ਲੋਕੈਲਿਟੀ ਮਤਲਬ ਅਲੱਗ-ਅਲੱਗ ਏਰੀਆ ਦੇ ਵਿੱਚ, ਉਹੀ ਸ਼ਹਿਰ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਆਪਣੀ ਸ਼ਾਪਸ ਓਪਨ ਕਰ ਲੈਂਦੇ ਆ। ਇਨ ਦਾ ਡਿਫਰੈਂਟ ਸਿਟੀ, ਜਾਂ ਫਿਰ ਹੋ ਸਕਦਾ ਉਹ ਅਲੱਗ-ਅਲੱਗ ਸਿਟੀ ਵਿੱਚ ਓਪਨ ਕਰ ਲੈਣ ਆਫ ਕੰਟਰੀ। ਸਪੋਜ਼ ਜਿਸ ਤਰ੍ਹਾਂ ਕਿ ਬਾਘਾ ਪੁਰਾਣਾ, ਠੀਕ ਆ। ਬਾਘਾ ਪੁਰਾਣਾ ਦੇ ਮੇਨ ਰੋਡ ਕਿਹੜੇ ਆ? 4 ਰੋਡ ਆ। ਕੋਟਕਪੁਰਾ ਰੋਡ, ਨਿਹਾਲ ਸਿੰਘ ਵਾਲਾ ਰੋਡ, ਮੋਗਾ ਰੋਡ ਤੇ ਮੁਦਕੀ ਰੋਡ। ਇਹਨਾਂ ਚਾਰਾਂ ਰੋਡ ਤੇ ਜੇ ਕੋਈ ਸ਼ਾਪਕੀਪਰ ਆਪਣੀਆਂ ਦੁਕਾਨਸ ਓਪਨ ਕਰ ਲਵੇ, ਠੀਕ ਆ ਨਾ, ਸ਼ਾਪਸ ਓਪਨ ਕਰ ਲਵੇ, ਉਹਨੂੰ ਆਪਾਂ ਕੀ ਕਵਾਂਗੇ? ਮਲਟੀਪਲ ਸ਼ਾਪਸ। ਜਾਂ ਹੋ ਸਕਦਾ ਕਿ ਉਹ ਅਲੱਗ-ਅਲੱਗ ਸਿਟੀਜ਼ ਦੇ ਵਿੱਚ, ਜਿਵੇਂ ਮੋਗਾ, ਜਲੰਧਰ, ਲੁਧਿਆਣਾ, ਕੋਟਕਪੁਰਾ, ਅਲੱਗ-ਅਲੱਗ ਸਿਟੀ ਦੇ ਵਿੱਚ ਓਪਨ ਕਰ ਲਵੇ, ਤਾਂ ਵੀ ਉਹ ਕਿਹਦੇ ਵਿੱਚ ਆ ਜਾਏਗਾ? ਮਲਟੀਪਲ ਸ਼ਾਪਸ ਦੇ ਵਿੱਚ। ਦੀ ਸ਼ਾਪ ਡੀਲ ਇਨ ਦਾ ਸੇਮ ਟਾਈਪ ਆਫ ਪ੍ਰੋਡਕਟ। ਇਹ ਕਿੰਦੇ ਵਿੱਚ ਡੀਲ ਕਰਦੇ ਆ? ਸੇਮ ਤਰ੍ਹਾਂ ਦੇ ਪ੍ਰੋਡਕਟ ਵਿੱਚ ਡੀਲ ਕਰਦੇ ਆ। ਤੇ ਜਿਹੜੀ ਇਹਦੀ ਮੈਨੇਜਮੈਂਟ ਹੋਏਗੀ, ਠੀਕ ਹੈ ਨਾ, ਇਹਨੂੰ ਇੱਕੋ ਪਰਸਨ ਦੁਆਰਾ, ਜੋ ਮੇਨ ਹੈੱਡ ਹੁੰਦਾ ਉਹੀ ਇਹਨਾਂ ਸ਼ਾਪਸ ਨੂੰ ਕੰਟਰੋਲ ਕਰਦਾ। ਸਾਰੀਆਂ ਸ਼ਾਪਸ ਤੇ ਯੂਨੀਫਾਰਮ ਸੇਲ ਪਾਲਿਸੀ ਅਡਾਪਟ ਕੀਤੀ ਜਾਂਦੀ ਹੈ। ਦ ਮਲਟੀਪਲ ਸ਼ਾਪਸ ਆਰ ਆਲਸੋ ਰੈਫਰ ਟੂ ਐਜ਼ ਚੇਨ ਸਟੋਰ ਇਨ USA। USA ਦੇ ਵਿੱਚ ਇਹਨਾਂ ਨੂੰ ਚੇਨ ਸਟੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਫੋਰ ਐਗਜ਼ਾਮਪਲ ਬਾਟਾ ਸ਼ੂਜ਼ ਹੋ ਗਏ, ਮਿਲਕ ਫੂਡ ਹੋ ਗਏ, ਵੇਰਕਾ ਡੈਰੀ ਹੋ ਗਏ, ਇਹ ਸਾਰੇ ਕੀ ਯੂਜ਼ ਕਰਦੇ ਆ? ਮਲਟੀਪਲ ਸ਼ਾਪ ਸਿਸਟਮ ਨੂੰ ਯੂਜ਼ ਕਰਦੇ ਆ। ਹੁਣ ਬਾਟਾ ਸ਼ੂਜ਼ ਦੀ ਆਪਾਂ ਗੱਲ ਕਰੀਏ, ਜਿਹੜੇ ਬਾਟਾ ਸ਼ੂਜ਼ ਵਾਲੇ ਆ, ਇਹਨਾਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਪਣੀਆਂ ਸ਼ਾਪਸ ਓਪਨ ਕੀਤੀਆਂ ਹੋਈਆਂ, ਸਟੋਰ ਓਪਨ ਕੀਤੇ ਆ। ਜੋ ਡਿਸਕਾਊਂਟ ਪਾਲਿਸੀ ਇੱਕ ਜਗ੍ਹਾ ਚੱਲਦੀ ਉਹ ਹਰ ਇੱਕ ਸਟੋਰ ਤੇ ਚੱਲੇਗੀ ਬਾਟਾ ਵਾਲਿਆਂ ਦੀ, ਠੀਕ ਆ। ਇਹ ਕੀ ਹੋ ਗਿਆ? ਯੂਨੀਫਾਰਮ ਸੇਲ ਪਾਲਿਸੀ ਹੋ ਗਈ, ਠੀਕ ਹੈ। ਤੇ ਸੇਮ ਤਰ੍ਹਾਂ ਦੇ ਪ੍ਰੋਡਕਟ ਮਿਲਣਗੇ, ਜਿਵੇਂ ਬਾਟਾ ਦਾ ਹੀ ਉੱਥੋਂ ਬ੍ਰਾਂਡ ਆਪਾਂ ਨੂੰ ਮਿਲੇਗਾ। ਸੈਂਟਰਲ ਮੈਨੇਜਮੈਂਟ ਆਰਡਰ ਕਿੱਥੋਂ ਆਉਂਦੇ? ਇੱਕੋ ਜਗ੍ਹਾ ਤੋਂ ਆਉਂਦੇ। ਇਹ ਕੀ ਹੋ ਗਿਆ? ਸੈਂਟਰਲ ਮੈਨੇਜਮੈਂਟ। ਸੋ ਇਹ ਕਲੀਅਰ ਹੋ ਗਿਆ। ਮਲਟੀਪਲ ਸ਼ਾਪਸ ਮੀਨ ਜਦੋਂ ਅਸੀਂ ਆਪਣੀ ਸੇਲ ਨੂੰ ਇਨਕਰੀਜ਼ ਕਰਨ ਦੇ ਲਈ ਉਸੇ ਸ਼ਹਿਰ ਦੇ ਵਿੱਚ ਜਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਪਣੀ ਸ਼ਾਪਸ ਨੂੰ ਓਪਨ ਕਰ ਦਈਏ, ਉਹਨੂੰ ਅਸੀਂ ਕੀ ਕਹਾਂਗੇ? ਮਲਟੀਪਲ ਸ਼ਾਪਸ। ਵੈਰਾਈਟੀ ਇਹਨਾਂ ਦੀ ਰਾਜੇ ਥੋੜੀ ਹੁੰਦੀ ਆ, ਠੀਕ ਆ। ਯੂਨੀਫਾਰਮ ਸੇਲ ਪਾਲਿਸੀ ਹੋਏਗੀ। ਫੋਰ ਐਗਜ਼ਾਮਪਲ ਬਾਟਾ ਕੰਪਨੀ ਹੋ ਗਿਆ। ਨੈਕਸਟ ਆ ਜਾਂਦਾ ਡੈਫੀਨੇਸ਼ਨ। According to James Stephens, the multiple shop consists of number of similar shop। ਇਹਦਾ ਮਤਲਬ ਕੀ ਹੁੰਦਾ ਵਾ ਕਿ ਨੰਬਰ ਆਫ ਸਿਮਿਲਰ ਸ਼ਾਪਸ ਹੋਣਗੇ, ਇੱਕੋ ਤਰ੍ਹਾਂ ਦੀ ਸ਼ਾਪਸ ਹੋਣਗੀਆਂ, ਓਨ ਬਾਏ ਸਿੰਗਲ ਬਿਜ਼ਨਸ ਫਰਮ। ਮਤਲਬ ਇੱਕੋ ਹੀ ਜਾਣਾ ਇਹਨਾਂ ਦਾ ਕੀ ਹੋ ਗਿਆ? ਮਾਲਕ ਹੋਏਗਾ। ਸਿੰਗਲ ਬਿਜ਼ਨਸ ਫਰਮ ਹੁੰਦੀ ਆ, ਉਹਦੀ ਅਲੱਗ-ਅਲੱਗ ਅੱਗੇ ਆਪਣੀ ਸ਼ਾਪਸ ਓਪਨ ਕੀਤੀਆਂ ਹੁੰਦੀਆਂ ਵਾ। ਇਹ ਕੀ ਹੋ ਗਿਆ? ਮਲਟੀਪਲ ਸ਼ਾਪਸ। ਇਹਨਾਂ ਦੇ ਰਾਜੇ ਇਹਦੇ 'ਚ ਕੀ ਆ ਕਿ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਮੈਕਡੋਨਲਡ ਦੀ, ਇਹਨਾਂ ਦੇ ਜੋ ਫਰਨੀਚਰ ਹੋਏਗਾ, ਜੋ ਡੈਕੋਰੇਸ਼ਨ ਹੋਏਗੀ, ਸੇਮ ਪਾਲਿਸੀ ਯੂਜ਼ ਕੀਤੀਆਂ ਜਾਂਦੀਆਂ ਤਾਂ ਜੋ ਕਸਟਮਰ ਨੂੰ ਦੂਰੋਂ ਦੇਖ ਕੇ ਪਹਿਚਾਣ ਆ ਜਾਏ, ਹਾਂਜੀ ਜਿਸ ਤਰ੍ਹਾਂ ਇਹ ਮੈਕਡੋਨਲਡ ਵਾਲੇ ਦੇ, ਇਹ ਬਾਟਾ ਵਾਲਿਆਂ ਦਾ ਵਾ, ਠੀਕ ਆ। ਨੈਕਸਟ ਆ ਜਾਂਦਾ ਵਾ ਕਰੈਕਟਰਿਸਟਿਕਸ ਆਫ ਚੇਨ ਸਟੋਰ। ਕਰੈਕਟਰਿਸਟਿਕਸ ਮੀਨਸ ਵਿਸ਼ੇਸ਼ਤਾਵਾਂ, ਠੀਕ ਆ। ਵਿਸ਼ੇਸ਼ਤਾਵਾਂ ਕਿਹੜੀਆਂ ਹੈਗੀਆਂ ਮਲਟੀਪਲ ਸ਼ਾਪਸ ਦੀਆਂ? ਫਸਟ, ਓਨਲੀ ਲਿਮਟਡ ਰੇਂਜ ਆਫ ਪ੍ਰੋਡਕਟ। ਇਹ ਕਿੰਦੇ ਵਿੱਚ ਡੀਲ ਕਰਦੇ ਆ? ਲਿਮਟਡ ਰੇਂਜ ਆਫ ਪ੍ਰੋਡਕਟ ਦੇ ਵਿੱਚ ਡੀਲ ਕਰਦੇ ਆ। ਨੈਕਸਟ ਆ ਜਾਂਦਾ ਵਾ ਸੇਮ ਟਾਈਪ ਆਫ ਗੁੱਡਸ। ਜਿਹੜੀ ਇਹਨਾਂ ਦੀ ਗੁੱਡਸ ਦੀ ਟਾਈਪ ਹੁੰਦੀ ਆ ਉਹ ਹਰ ਇੱਕ ਸ਼ਾਪ ਤੇ ਇਹਨਾਂ ਦੀ ਸੇਮ ਮਿਲੇਗੀ। ਆਲ ਸ਼ਾਪਸ ਆਰ ਡੈਕੋਰੇਟਡ ਇਨ ਸੇਮ ਸਟਾਈਲ। ਉਹੀ ਰਾਜੇ ਗੱਲ ਆ ਗਈ ਕਿ ਜਿਹੜੀ ਵੀ ਸ਼ਾਪਸ ਹੁੰਦੀਆਂ ਇਹਨਾਂ ਦੀਆਂ ਸੇਮ ਸਟਾਈਲ ਦੇ ਵਿੱਚ ਹੀ ਡੈਕੋਰੇਟ ਕੀਤੀਆਂ ਹੁੰਦੀਆਂ। ਦਿਸ ਸ਼ਾਪ ਜਨਰਲੀ ਡੀਲ ਇਨ ਕੰਜ਼ਿਊਮਰ ਗੁੱਡਸ। ਇਹ ਕਿੰਦੇ ਵਿੱਚ ਡੀਲ ਕਰਦੇ ਆ? ਕੰਜ਼ਿਊਮਰ ਗੁੱਡਸ ਦੇ ਵਿੱਚ ਡੀਲ ਕਰਦੇ ਆ। ਸੈਂਟਰਲ ਮੈਨੇਜਮੈਂਟ ਹੁੰਦੀ ਆ, ਇੱਕੋ ਜਗ੍ਹਾ ਤੇ ਇਹਦੇ ਸਾਰੀ ਪਾਲਿਸੀਜ਼ ਬਣਾਈਆਂ ਜਾਂਦੀਆਂ। ਯੂਨੀਫਾਰਮ ਪਾਲਿਸੀ, ਠੀਕ ਆ। ਜੋ ਇਹਨਾਂ ਨੇ ਸੇਲ ਵਾਸਤੇ ਜਿਵੇਂ 50% ਡਿਸਕਾਊਂਟ, 10% ਡਿਸਕਾਊਂਟ, ਉਹ ਜੋ ਵੀ ਪਾਲਿਸੀ ਹੋਏਗੀ ਸੇਲ ਦੀ ਉਹ ਸਾਰਿਆਂ ਦੇ ਲਈ ਸੇਮ ਹੋਏਗੀ।
द शॉप्स आर मैनेज एंड कंट्रोल बाय सिंगल मैनेजमेंट। ये मैनेज ते कंट्रोल सिंगल मैनेजमेंट द्वारा की जाती है। अगे आंदा टैलीमिनेट द मिडल मैन, ये विचकारले विचोले जिहड़े हुंदे आ मिडल मैन उन्होंने दूर करदा ते अपना कॉन्टैक्ट किंदे नाल डायरैक्टली कंज्यूमर दे नाल मेनटेन करदा, मीनस ग्राहक। नैक्सट आ जाता द सेल आर मेड ऑन द कैश बेसिस ओनली, जी सेल की जाती है कल्ले कैश बेस पर की जाती है। देयर इज़ एन एलीमेंट ऑफ फ्लैक्सीबिलिटी इन द सिस्टम, इहदे अपनी की होंदी आ फ्लैक्सीबिलिटी होंदी है। फ्लैक्सीबिलिटी किस रिगार्डिंग, जे असीं किसी एरिए दे शॉप ओपन करना चाहते हैं तो असीं उत्थे ओपन कर सकते हैं, क्लोज कर सकते हैं विदाउट अफैक्टिंग द होल सिस्टम, बिना अफैक्ट किए पूरे सिस्टम को। ठीक है। नैक्सट पॉइंट आ जाता द शॉप आर स्कैटर्ड थ्रू आउट द लैंथ एंड ब्रैथ ऑफ द कंट्री, कि अपनी कंट्री दे ये जिधर मर्जी ये ਆਪਾਂ ਇਹਨਾਂ शॉप्स ਨੂੰ ओपन कर सकते हैं, पूरे देश ਵਿੱਚ ही फैलिया होंगी जे किसी ने लार्ज लैवल ਤੇ अपना बिजनेस करना। ये सीगे राजे करैक्टरिस्टिक्स ऑफ मल्टीपल शॉप्स। ठीक है। नैक्सट आ जाती वा एडवांटेज ऑफ मल्टीपल शॉप्स। एडवांटेज की होंगे आ लाभ, कि सानू मल्टीपल शॉप्स ओपन करन दे की फायदे आ, क्यों कोई रिटेलर की आ कि इन्हां शॉप्स नू इन्नियां ज़्यादा नू ओपन करता। फर्स्ट पॉइंट आ जाता इकनॉमिकल फंक्शन, मीनस खर्चा विच बचत। ਜਦੋਂ ਆਪਾਂ ਲਾਰਜ ਲੈਵਲ ਤੇ ਬਿਜ਼ਨਸ ਕਰਦੇ ਪਏ ਆ ਤੇ ਉਹਦੇ ਲਈ ਸਮਾਨ ਇਕੱਠਾ ਖਰੀਦਾਂਗੇ, ਬਲਕ ਬਾਇੰਗ ਹੋ ਗਿਆ। ਲੋ ਆਪਰੇਸ਼ਨ ਕੋਸਟ, ਮਤਲਬ ਉਹਨੂੰ ਹੈਂਡਲ ਕਰਨ ਦਾ ਖਰਚਾ ਘੱਟ ਹੁੰਦਾ ਵਾ। ਔਨ ਦਾ ਸੇਮ ਹੈਂਡ ਜੇ ਆਪਾਂ ਦੂਜੇ ਪਾਸੇ ਦੇਖੀਏ, ਜਿਸ ਇਹ ਤਾਂ ਹੋ ਗਿਆ ਲਾਰਜ ਲੈਵਲ ਤੇ ਬਿਜ਼ਨਸ ਦੇ ਐਡਵਾਂਟੇਜ। ਸਮੋਲ ਸਾਈਜ਼ ਦੇ ਕਿਵੇਂ ਐਡਵਾਂਟੇਜ ਹੋਣਗੇ, ਜਿਵੇਂ ਪਰਸਨਲ ਕੰਟੈਕਟ। ठीक है। अलग अलग शहर च ओपन किए जाते हैं, ये की होंगे वो कस्टमर के नाल पर्सनल कंटैक्ट बना सकते हैं। टेस्ट एंड फैशन ऑफ कंज्यूमर, इन्होंने कंज्यूमर के टेस्ट तो फैशन का पता होंगे उस एरिए के अकॉर्डिंग। ठीक है। ये की हो गया समॉल साइज़ के अकॉर्डिंग हो गए फायदे। ओवरऑल की होंगे इकनॉमिकल फंक्शन, मतलब अपने खर्चों में बचत हो जाती है तो अपनी सेल की होंगी आ इंक्रीज हो जाती है। सो नैक्सट पॉइंट आ जाता लार्ज टर्नओवर। लार्ज टर्नओवर का मतलब ज़्यादा बिक्री। द सीरीज ऑफ शॉप इन द वेरियस लोकैलिटी ऑफ सिटी और इन द डिफरेंट सिटी, अपनी जिहड़ी शॉप्स है ये अलग अलग एरिए दे विच सिचुएटेड हुंदियां वा, इहदे नाल रिजल्ट की हुंदा वा अपनी सेल की आ इंक्रीज हो जाती है। सो लार्ज टर्नओवर होगी जदों अलग अलग एरिए दे विच अपनी शॉप्स हैगियां वा। नैक्सट आ जांदा एलिमिनेशन ऑफ बैड डेट्स, कि डुब्बे कर्जिया का खात्मा। सेल्स आर बीइंग डन स्ट्रिक्टली ऑन कैश बेस, मतलब असी कैश बेस से अपना सारा बिजनेस करते हैं, सो डैट कि अपने जोड़े बैड डेट्स दे कोई भी कारण नहीं होंदा कि अपने कर्जे जो पैसा असी लेना वा वो डुब जाऊगा, क्योंकि असी समान उधार तो बेचे ही नहीं, असी किंदे बेस से सेल की है कैश बेस से। सो पैसे मरन का डर भी घट जाता। नैक्सट आ जाता लो कॉस्ट ऑफ ऑपरेशन। लो कॉस्ट ऑफ ऑपरेशन मतलब काम की घट लागत, कि ये बिजनेस नूं जिहड़े मल्टीपल शॉप्स आ इन्हां नूं चलाउण दे विच आपां नूं घट खर्चा पैंदा। रीजन लार्ज टर्नओवर, मतलब सेल ज़्यादा होंदी आ तां करके जिहड़े अपने खर्चे हुंदे आ ओह कवर हो जाते आ। जदों आपां कॉमन एडवरटाइजमेंट करती उनका एडवांटेज तो सारी शॉप्स नूं मिलेगा। एडवरटाइजमेंट असीं एक जगह कीती है, ठीक है, सो खर्चे वंडे गए, मतलब कि लागत अपनी घट जाती है। नैक्सट आ जाता रीजनेबल प्राइजेस। रीजनेबल प्राइजेस का मतलब उचित कीमत, कि जिहड़े रीजनेबल प्राइजेस करके ये की हुंदा वा कॉस्ट ऑफ ऑपरेशन भी, कॉस्ट ऑफ ऑपरेशन घट होंदी है उनके करके प्राइस भी अपने रीजनेबल रहिंदे आ। जे हुण खर्चा घट पऊगा दुकानदार भी घट पैसे लऊगा, तो जे खर्चे उन्नू ही ज़्यादा पैंदे पे तो फिर दुकानदार भी अग्गों पैसे ज़्यादा ही चार्ज करेगा। नैक्सट आ जाता वा कॉमन एडवरटाइजमेंट हो गया, ठीक है, कि आप जिवें पहले ही किया कि जिहड़ी एडवरटाइजमेंट आ वो हैड ऑफिस लैवल ते कीती जांदी आ। जदों एक लैवल ते आपां एडवरटाइजमेंट करते उनका फायदा किनूं सारी शॉप्स नूं ही हो जांदा। एक ही आ गया कॉमन एडवरटाइजमेंट। नैक्सट आ जांदा एडजस्टमेंट ऑफ स्टॉक। Adjustment of stock means in the multiple shop system, deficiency of goods at one shop can easily, जिहड़ी एक जगह ते deficiency हुंदी आ, can be easily made up by transferring the goods from surplus stock of other। कि मान लो कि एक अपने जिहड़ा सीगा इनदी शॉप सी बंद अपना
ਇੱਕ ਸੀਗੀ ਮੋਗੇ ਦੇ ਵਿੱਚ। ਜਿੱਥੇ ਮੋਗੇ ਦੇ ਵਿੱਚ ਉੱਥੇ ਡੈਫੀਸ਼ੈਂਸੀ ਹੋ ਗਈ, ਮਤਲਬ ਸੇਲ ਜ਼ਿਆਦਾ ਹੋ ਗਈ, ਉਹਨਾਂ ਕੋਲ ਗੁਡਸ ਦੀ ਕਮੀ ਹੋ ਗਈ। ਬਾਘਾ ਪੁਰਾਣਾ ਇੰਨੀ ਸੇਲ ਨਹੀਂ ਹੋਈ, ਇਹਨਾਂ ਕੋਲ ਸਰਪਲਸ ਸਟਾਕ ਪਿਆ ਸੀ। ਇਹ ਸਰਪਲਸ ਸਟਾਕ ਨੂੰ ਕੀ ਆ ਉੱਥੇ ਟ੍ਰਾਂਸਫਰ ਕਰ ਦੇਣਗੇ। ਇਹਦੇ ਨਾਲ ਕੀ ਹੋ ਗਿਆ, ਐਡਜਸਟਮੈਂਟ ਆਫ ਸਟਾਕ। ਠੀਕ ਆ, ਨਾ ਤਾਂ ਬਾਘਾ ਪੁਰਾਣਾ ਜਿੱਥੇ ਸੇਲ ਘੱਟ ਹੋਈ ਉੱਥੇ ਉਹਨਾਂ ਨੂੰ ਲਾਸ ਹੋਇਆ। ਇਹ ਕਲੀਅਰ ਹੋ ਗਿਆ, ਐਡਜਸਟਮੈਂਟ ਆਫ ਸਟਾਕ। ਨੈਕਸਟ ਆ ਜਾਂਦਾ ਵਾ ਫਿਕਸਡ ਪ੍ਰਾਈਸ। ਫਿਕਸਡ ਪ੍ਰਾਈਸ ਦਾ ਮਤਲਬ ਕਿ ਸੇਮ ਪ੍ਰਾਈਸ ਸਾਰੀ ਸ਼ਾਪਸ ਦੁਆਰਾ ਫੋਲੋ ਕੀਤਾ ਜਾਂਦਾ। ਸੋ ਇਹਦੇ ਨਾਲ ਕੀ ਹੁੰਦਾ, ਉਹਨਾਂ ਦੀ ਗੁੱਡਵਿਲ ਕੀ ਆ, ਇਨਕਰੀਜ਼ ਹੋ ਜਾਂਦੀ ਆ। ਕਸਟਮਰ ਨੂੰ ਪਤਾ ਚਾਹੇ ਅਸੀਂ ਇੱਥੋਂ ਲੈ ਲਈਏ ਜਾਂ ਕਿਤੋਂ ਹੋਰ ਲੈ ਲਈਏ, ਇਹਨਾਂ ਦਾ ਪ੍ਰਾਈਸ ਕੀ ਆ, ਫਿਕਸ ਆ। ਸੋ ਆਪਾਂ ਨੂੰ ਇਹਦੇ ਵਿੱਚ ਕੀ ਆ, ਗੁੱਡਵਿਲ ਬਣਾਉਣੀ ਈਜ਼ੀ ਹੋ ਜਾਂਦੀ ਆ। ਨੈਕਸਟ ਆ ਜਾਂਦਾ ਵਾ ਐਲੀਮੀਨੇਸ਼ਨ ਆਫ ਮਿਡਲ ਮੈਨ। ਕਿ ਮਿਡਲ ਮੈਨ ਕੌਣ ਹੁੰਦੇ ਆ, ਵਿਚੋਲੇ। ਕਿ ਵਪਾਰਕ ਵਿਚੋਲੇ ਖਤਮ ਹੋਣਾ। ਠੀਕ ਆ, ਇਹਦੇ ਵਿੱਚ ਵਪਾਰਕ ਵਿਚੋਲੇ ਕੀ ਆ, ਖਤਮ ਹੋ ਜਾਂਦੇ ਆ। ਕਿਉਂਕਿ ਜਿਹੜੇ ਕੰਪਨੀ ਵਾਲੇ ਆ ਔਰ ਡਾਇਰੈਕਟਲੀ ਆਪਣਾ ਜਿਹੜੀਆਂ ਗੁਡਸ ਆ ਉਹ ਆਪਣੇ ਕੰਜ਼ਿਊਮਰ ਨੂੰ ਸੇਲ ਕਰ ਦਿੰਦੀ ਆ। ਸੋ ਐਲੀਮੀਨੇਸ਼ਨ ਆਫ ਮਿਡਲ ਮੈਨ ਹੋ ਗਿਆ। ਨੈਕਸਟ ਆ ਜਾਂਦਾ ਵਾ ਸਪੈਸ਼ਲਾਈਜੇਸ਼ਨ। ਸਪੈਸ਼ਲਾਈਜੇਸ਼ਨ ਦੇ ਵਿੱਚ ਦੱਸਿਆ ਜਾਂਦਾ ਕਿ ਜਿਹੜੀਆਂ ਮਲਟੀਪਲ ਸ਼ਾਪਸ ਹੈ ਇਹ ਫਿਊ ਪ੍ਰੋਡਕਟ ਵਿੱਚ ਡੀਲ ਕਰਦੇ ਆ, ਮਤਲਬ ਇਹਨਾਂ ਦੇ ਪ੍ਰੋਡਕਟ ਘੱਟ ਹੁੰਦੇ ਆ। ਸੋ ਇਹਦੇ ਕਰਕੇ ਕੀ ਆ, ਉਹਨੂੰ ਉਸ ਪ੍ਰੋਡਕਟ ਬਾਰੇ, ਜਿਹੜਾ ਸੇਲਮੈਨ ਹੁੰਦਾ ਉਹਨੂੰ ਪ੍ਰੋਡਕਟ ਬਾਰੇ ਪੂਰੀ ਨੌਲੇਜ ਹੁੰਦੀ ਆ। ਇਹ ਕੀ ਹੋ ਜਾਂਦਾ ਵਾ, ਸਪੈਸ਼ਲਾਈਜੇਸ਼ਨ। ਅਤੇ ਜਿਹੜੇ ਕਸਟਮਰ ਆ ਉਹਨਾਂ ਨੂੰ ਵੀ ਸਪੈਸ਼ਲਾਈਜੇਸ਼ਨ ਦਾ ਫਾਇਦਾ, ਕਿਉਂਕਿ ਮੰਨ ਲਓ ਉਹਨਾਂ ਨੇ ਕੋਈ ਪਰਟੀਕੂਲਰ ਗੁੱਡ ਲੈਣੀ ਹੈ, ਠੀਕ ਆ, ਕੋਈ ਪਰਟੀਕੂਲਰ ਬ੍ਰਾਂਡ ਦੀ ਲੈਣੀ, ਉਹਨਾਂ ਨੂੰ ਪਤਾ ਕਿ ਇਹ ਸਾਨੂੰ ਕਿਸ ਜਗ੍ਹਾ ਤੋਂ ਮਿਲੇਗੀ। ਨੈਕਸਟ ਆ ਜਾਂਦਾ ਯੂਨੀਫਾਰਮ ਅਪੀਅਰੈਂਸ। ਯੂਨੀਫਾਰਮ ਅਪੀਅਰੈਂਸ ਮਤਲਬ ਇੱਕੋ ਜਿਹਾ ਰੂਪ। ਕਿ ਇਹ ਜਿਹੜੀਆਂ ਸ਼ਾਪਸ ਹੁੰਦੀਆਂ ਵਾ ਇਹ ਡਿਜ਼ਾਈਨ ਅਤੇ ਡੈਕੋਰੇਟ ਯੂਨੀਫਾਰਮ ਪੈਟਰਨ 'ਚ ਕੀਤੀਆਂ ਜਾਂਦੀਆਂ। ਇਹਦੇ ਨਾਲ ਕੀ ਹੁੰਦਾ, ਕਸਟਮਰ ਨੂੰ ਈਜ਼ੀ ਹੋ ਜਾਂਦਾ ਕਿ ਸ਼ਾਪ ਨੂੰ ਈਜ਼ੀਲੀ ਵੇ ਦੇ ਨਾਲ ਪਹਿਚਾਣ ਸਕਦਾ, ਮਤਲਬ ਆਈਡੈਂਟੀਫਾਈ ਕਰ ਸਕਦਾ ਵਾ। ਅੱਗੇ ਆ ਜਾਂਦਾ ਵਾ ਫਲੈਕਸੀਬਿਲਿਟੀ। ਫਲੈਕਸੀਬਿਲਿਟੀ ਮਤਲਬ ਲਚਕਤਾ। ਕਿ ਮਲਟੀਪਲ ਸ਼ਾਪਸ ਦੇ ਵਿੱਚ ਆਪਾਂ ਨੂੰ ਹਾਈ ਫਲੈਕਸੀਬਿਲਿਟੀ ਹੁੰਦੀ ਆ। ਅਸੀਂ ਕਿਸੇ ਵੀ ਜਗ੍ਹਾ ਤੋਂ ਆਪਣੀ ਕਿਸੇ ਵੀ ਲੋਕੈਲਿਟੀ 'ਤੇ ਆਪਣੀ ਸ਼ਾਪ ਓਪਨ ਵੀ ਕਰ ਸਕਦੇ ਹਾਂ ਅਤੇ ਕਲੋਜ਼ ਵੀ ਕਰ ਸਕਦੇ ਹਾਂ। ਨੈਕਸਟ ਪੁਆਇੰਟ ਆ ਜਾਂਦਾ ਕੰਟਰੋਲ ਓਵਰ ਸਟਾਕ। ਕਿ ਸਟਾਕ ਉੱਪਰ ਕੰਟਰੋਲ। ਜਿਹੜਾ ਹੈੱਡ ਆਫਿਸ ਆ, ਹੈੱਡ ਆਫਿਸ ਟੂ ਦਾ ਬ੍ਰਾਂਚਸ ਸੈਲ ਪ੍ਰਾਈਸ enable the central management to exercise control over stock। ਕਿ ਜਿੰਦਾ ਹੈੱਡ ਆਫਿਸ ਹੁੰਦਾ ਉਹ ਹੈੱਡ ਆਫਿਸ ਵਾਲੇ ਪੂਰਾ ਕੰਟਰੋਲ ਰੱਖਦੇ ਆ ਸਟਾਕ ਦੇ ਉੱਤੇ, ਕਿ ਕਿੰਨਾ ਸਟਾਕ ਜਿਹੜਾ ਆਪਣੇ ਕੋਲ ਪਿਆ ਵਾ, ਕਿੰਨਾ ਪਿਛਲੇ ਸਾਲ ਦਾ, ਕਿੰਨਾ ਇਸ ਸਾਲ ਦਾ, ਉਹਨਾਂ ਦਾ ਕੰਟਰੋਲ ਪੂਰਾ ਹੋਵੇਗਾ। ਨੈਕਸਟ ਆ ਜਾਂਦਾ ਵਾ ਸਪਰੈਡਿੰਗ ਆਫ ਰਿਸਕ। ਜੋਖਿਮ ਦੀ ਵੰਡ। ਕਿ ਜਿਹੜਾ ਮਲਟੀਪਲ ਸ਼ਾਪ ਆ, ਠੀਕ ਆ, ਆਪਰੇਟ ਓਵਰ ਏ ਲਾਰਜ ਏਰੀਆ, ਜ਼ਿਆਦਾ ਵੱਡੇ ਏਰੀਏ 'ਚ ਡੀਲ ਕਰਦੇ ਆ ਵਿਦ ਦਾ ਨੰਬਰ ਆਫ ਬ੍ਰਾਂਚਸ। ਸੋ ਲੋਸ ਟੂ ਫਿਊ ਬ੍ਰਾਂਚਸ ਕੈਨ ਈਜ਼ਲੀ ਬੀ ਕੰਪਨਸੇਟਡ ਬਾਈ ਪ੍ਰੋਫਿਟ ਆਫ ਅਦਰ। ਕਿ ਜੇ ਇੱਕ ਬ੍ਰਾਂਚ ਨੂੰ ਲੋਸ ਵੀ ਹੋ ਗਿਆ ਤਾਂ ਆਪਾਂ ਦੂਸਰੀ ਜਿਹੜੀ ਬ੍ਰਾਂਚ ਆ ਉਹ ਇਹਨੂੰ ਕੰਪਨਸੇਟ ਕਰ ਦੇਗੀ। ਨੈਕਸਟ ਆ ਜਾਂਦਾ ਸਰਵਿਸ ਆਫ ਐਕਸਪਰਟ। ਮਾਹਿਰਾਂ ਦੀਆਂ ਸੇਵਾਵਾਂ। ਕਿ ਲਾਰਜ ਸਕੇਲ 'ਤੇ ਬਿਜ਼ਨਸ ਹੁੰਦਾ ਤਾਂ ਕਰਕੇ ਅਸੀਂ ਸਪੈਸ਼ਲਿਸਟ ਦੀ ਸਰਵਿਸ ਵੀ ਅਫੋਰਡ ਕਰ ਸਕਦੇ ਹਾਂ। ਠੀਕ ਹੈ। 16th ਪੁਆਇੰਟ ਆ ਜਾਂਦਾ ਕਿ ਟ੍ਰੇਨਿੰਗ ਟੂ ਸਟਾਫ। ਸਟਾਫ ਨੂੰ ਟ੍ਰੇਨਿੰਗ ਦੇਣੀ। Training is provided to newly appointed staff before assigning them any duty। ਉਹ ਕਹਿੰਦੇ ਕਿ ਜਦੋਂ ਕਿਸੇ ਕੋਈ ਸਟਾਫ ਨੂੰ ਅਪੁਆਇੰਟ ਕੀਤਾ ਜਾਂਦਾ ਉਹਨੂੰ ਇਹਦੇ ਵਿੱਚ ਕੀ ਆ, ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਆ। ਇਹ ਟ੍ਰੇਨਿੰਗ ਦਾ ਫਾਇਦਾ ਕੀ ਹੁੰਦਾ, ਉਹਦੇ ਵਿੱਚ ਐਫੀਸ਼ੀਐਂਸੀ ਇਨਕਰੀਜ਼ ਹੋ ਜਾਂਦੀ ਆ ਅਤੇ ਜਿਹਦਾ ਐਡਵਾਂਟੇਜ ਕਿਹਨੂੰ ਹੁੰਦਾ ਵਾ, ਔਰਗਨਾਈਜੇਸ਼ਨ, ਕਿਉਂਕਿ ਔਰਗਨਾਈਜੇਸ਼ਨ ਦੀ ਆਪਣੀ ਸੇਲ ਇਨਕਰੀਜ਼ ਹੋ ਜਾਂਦੀ ਆ। ਨੈਕਸਟ ਆ ਜਾਂਦੇ ਆ ਡਿਸਐਡਵਾਂਟੇਜ ਆਫ ਮਲਟੀਪਲ ਸ਼ਾਪ। ਕਿ ਮਲਟੀਪਲ ਸ਼ਾਪਸ ਦੇ ਆ ਆਪਾਂ ਨੂੰ ਕੀ ਹਨ। ਫਸਟ, ਡਿਫੀਕਲਟੀ ਇਨ ਸੁਪਰਵਿਜ਼ਨ ਐਂਡ ਕੰਟਰੋਲ। ਮਤਲਬ ਨਿਗਰਾਨੀ ਅਤੇ ਕੰਟਰੋਲ ਵਿੱਚ ਮੁਸ਼ਕਲਾਂ। ਕਿ ਇਹ ਕੀ ਹੈ, ਵਾਈਡ ਜੀਓਗ੍ਰਾਫੀਕਲ ਏਰੀਆ ਵਿੱਚ ਸਪਰੈਡ ਹੋਈਆਂ ਹੁੰਦੀਆਂ, ਮਤਲਬ ਕਿ ਵੱਡੇ ਲੈਵਲ 'ਤੇ ਫੈਲੀਆਂ ਹੁੰਦੀਆਂ ਵਾ, ਜਿਹਦੇ ਨਾਲ ਕੀ ਹੁੰਦਾ ਇਹਨਾਂ ਨੂੰ ਡਿਫੀਕਲਟੀ ਹੋ ਜਾਂਦੀ ਆ ਐਫੀਸ਼ੀਐਂਟ ਵੇ ਦੇ ਨਾਲ ਸੁਪਰਵਿਜ਼ਨ ਅਤੇ ਕੰਟਰੋਲ ਕਰਨ ਦੇ ਵਿੱਚ। ਨੈਕਸਟ ਆ ਜਾਂਦਾ ਵਾ ਲਾਰਜ ਅਮਾਊਂਟ ਆਫ ਕੈਪੀਟਲ। ਮਤਲਬ ਜ਼ਿਆਦਾ ਪੂੰਜੀ। ਦ ਸੈਟਿੰਗ ਅਪ ਸੀਰੀਜ਼ ਆਫ ਸ਼ਾਪ ਇਨ ਦਾ ਵਾਸਟ ਜੀਓਗ੍ਰਾਫੀਕਲ ਏਰੀਆ ਇਟ ਰਿਕੁਆਇਰ ਦਾ ਹਿਊਜ ਕੈਪੀਟਲ। ਜੇ ਆਪਾਂ ਇਹਨਾਂ ਸ਼ਾਪਸ ਨੂੰ ਓਪਨ ਕਰਨਾ, ਠੀਕ ਆ, ਅਲੱਗ-ਅਲੱਗ ਏਰੀਆ 'ਚ ਓਪਨ ਕਰਨਾ, ਉਹਦੇ ਕਰਕੇ ਆਪਾਂ ਨੂੰ ਕੈਪੀਟਲ ਵੀ ਜ਼ਿਆਦਾ ਚਾਹੀਦੀ ਆ। ਸੋ ਪਰਟੀਕੂਲਰ ਵੈਨ ਦਾ ਪ੍ਰੋਡਿਊਸਰ ਹਿਮਸੈਲਫ ਇਸਟੈਬਲਿਸ਼ ਦੈਮ। ਇਹ ਤਾਂ ਹੀ ਪੋਸੀਬਲ ਆ ਜੇ ਪ੍ਰੋਡਿਊਸਰ ਕਰੇਗਾ, ਉਹਦੇ ਕੋਲ ਲਾਰਜ ਕੈਪੀਟਲ ਹੈਗੀ ਆ, ਅਦਰਵਾਈਜ਼ ਇਹ ਸੈਟਅਪ ਕਰਨੀ ਇੰਨੀ ਈਜ਼ੀ ਨਹੀਂ ਹੁੰਦੀਆਂ। ਕਿਉਂ, ਰੀਜ਼ਨ ਕੀ ਸੀਗਾ, ਲਾਰਜ ਅਮਾਊਂਟ ਆਫ ਕੈਪੀਟਲ ਰਿਕੁਆਇਰਡ ਆ।
ਨੈਕਸਟ ਆ ਜਾਂਦਾ ਨੈਗਲੈਂਟ ਆਫ ਦ ਪਰਸਨਲ ਟੇਸਟ ਆਫ ਕੰਜ਼ਿਊਮਰ ਕਿ ਜਿਹੜਾ ਪਰਸਨਲ ਟੇਸਟ ਆ ਉਪਭੋਗਤਾ ਦੀ ਨਿੱਜੀ ਪਸੰਦ ਬਾਰੇ ਜਿਹੜੀ ਜਾਣਕਾਰੀ ਆ ਉਹਦੀ ਲਾਪਰਵਾਹੀ ਕੀਤੀ ਜਾਂਦੀ ਆ। ਉਹ ਕਿਉਂ? ਐਜ਼ ਦ ਸ਼ੋਪਰ ਮੈਨੇਜ ਐਂਡ ਕੰਟਰੋਲ ਬਾਈ ਸੈਲਰੀ ਸਟਾਫ, ਕਿਉਂਕਿ ਇਹ ਕਿਹਨਾਂ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ? ਸਟਾਫ ਦੁਆਰਾ, ਜਿਨ੍ਹਾਂ ਨੂੰ ਤਨਖਾਹ ਮਿਲਦੀ ਆ। ਸੋ ਉਹ ਕੀ ਆ ਆਪਣੀ ਇੰਨੀ ਜ਼ਿਆਦਾ ਅਟੈਂਸ਼ਨ ਪੇ ਨਹੀਂ ਕਰਦੇ ਹੈਗੇ ਕਸਟਮਰ ਦੇ ਸੈਟਿਸਫੈਕਸ਼ਨ ਦੇ ਵਿੱਚ, ਕੰਜ਼ਿਊਮਰ ਦੇ, ਠੀਕ ਆ। ਉਪਭੋਗਤਾ ਦੀ ਸੈਟਿਸਫੈਕਸ਼ਨ ਵੱਲ ਇੰਨੀ ਟੈਨਸ਼ਨ ਨਹੀਂ ਦਿੰਦੇ, ਜਿੰਦੇ ਕਰਕੇ ਕੀ ਹੋ ਜਾਂਦਾ ਵਾ ਕਿ ਕਸਟਮਰ ਆਪਣਾ ਸੈਟਿਸਫਾਈਡ ਨਹੀਂ ਹੁੰਦਾ ਹੈਗਾ। ਨੈਕਸਟ ਆ ਜਾਂਦਾ ਲੈਕ ਆਫ ਇਨੀਸ਼ੀਏਟਿਵ। ਲੈਕ ਆਫ ਇਨੀਸ਼ੀਏਟਿਵ ਮਤਲਬ ਅਗਵਾਈ ਦੀ ਘਾਟ। ਦ ਬ੍ਰਾਂਚ ਮੈਨੇਜਰ ਹੈਵ ਟੂ ਵਰਕ ਸਟ੍ਰਿਕਟਲੀ ਅਕੋਰਡਿੰਗ ਟੂ ਇੰਸਟਰਕਸ਼ਨ ਫਰੋਮ ਦ ਹੈੱਡ ਆਫਿਸ ਕਿ ਜਿਹੜੇ ਬ੍ਰਾਂਚ ਮੈਨੇਜਰ ਆ ਉਹਨੂੰ ਕੰਮ ਕਿਹਦੇ ਅਕੋਰਡਿੰਗ ਕਰਨਾ ਪੈਂਦਾ? ਇੰਸਟਰਕਸ਼ਨ ਦੇ ਅਕੋਰਡਿੰਗ ਜੋ ਉਹਨੂੰ ਦਿੱਤੇ ਜਾਂਦੀ। ਕਿੱਥੋਂ ਦਿੱਤੀਆਂ ਜਾਂਦੀਆਂ? ਹੈੱਡ ਆਫਿਸ ਵੱਲੋਂ। ਦੇ ਡੂ ਨਾਟ ਹੈਵ ਐਨੀ ਪ੍ਰੋਪਰ ਪਾਵਰ ਟੂ ਵਰਕ ਅਕੋਰਡਿੰਗ ਟੂ ਦੇਅਰ ਡਿਜ਼ਾਇਰ। ਤਾਂ ਕਰਕੇ ਉਹਨਾਂ ਕੋਲ ਪਾਵਰ ਹੀ ਨਹੀਂ ਹੁੰਦੀ ਕਿ ਉਹ ਆਪਣੀ ਇੱਛਾ ਦੇ ਅਕੋਰਡਿੰਗ ਆਪਣੇ ਕੰਮ ਨੂੰ ਚਲਾ ਸਕੇ। ਸੋ ਇਹ ਕੀ ਹੋ ਗਿਆ? ਲੈਕ ਆਫ ਇਨੀਸ਼ੀਏਟਿਵ ਹੋ ਗਿਆ ਕਿ ਉਹ ਆਪਣੇ ਐਫਰਟਸ ਇੰਨੇ ਲਗਾਉਂਦਾ ਹੀ ਨਹੀਂ, ਕਿਉਂਕਿ ਉਹਨੂੰ ਪਤਾ ਕਿ ਜੋ ਇੰਸਟਰਕਸ਼ਨਸ ਆਉਣਗੇ ਮੈਂ ਉਹੀ ਫੋਲੋ ਕਰਨੀ ਆ। ਨੈਕਸਟ ਆ ਜਾਂਦਾ ਲੋਸਸ ਡਿਊ ਟੂ ਸੈਂਟਰਲਾਈਜ਼ਡ ਪਰਚੇਜ਼ ਕਿ ਇੱਕੋ ਜਗ੍ਹਾ ਤੇ ਜਦੋਂ ਇਕੱਠੀ ਪਰਚੇਜ਼ ਕੀਤੀ ਜਾਂਦੀ ਹੈ ਉਹਦੇ ਕਰਕੇ ਵੀ ਆਪਾਂ ਨੂੰ ਲੋਸ ਬੀਅਰ ਕਰਨੇ ਪੈ ਜਾਂਦੇ ਆ। ਜਿਵੇਂ ਦਾ ਸਡਨ ਚੇਂਜ ਇਨ ਫੈਸ਼ਨ, ਜਦੋਂ ਅਸੀਂ ਸਮਾਨ ਤਾਂ ਇਕੱਠਾ ਖਰੀਦ ਲਿਆ ਬਟ ਟੇਸਟ ਤੇ ਫੈਸ਼ਨ ਦੇ ਵਿੱਚ ਕੰਜ਼ਿਊਮਰ ਦੇ ਚੇਂਜ ਆ ਗਿਆ, ਜਿੰਦੇ ਕਰਕੇ ਕੀ ਹੋ ਗਿਆ? ਹੈਵੀ ਲੋਸਸ ਹੋ ਸਕਦੇ ਆ। ਨੈਕਸਟ ਆ ਜਾਂਦਾ ਨੋ ਕ੍ਰੈਡਿਟ ਫੈਸਿਲਿਟੀ ਕਿ ਇਹਦੇ ਵਿੱਚ ਉਧਾਰ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਇਹ ਬਿਜ਼ਨਸ ਕੀ ਓਨਲੀ ਕੈਸ਼ ਬੇਸ ਤੇ ਹੀ ਕੀਤਾ ਜਾਂਦਾ ਵਾ। ਅੱਗੇ ਆ ਜਾਂਦਾ ਨੋ ਓਪਰਚੁਨਿਟੀ ਫॉर ਸਿਲੈਕਸ਼ਨ ਆਫ ਗੁੱਡਸ, ਸਮਾਨ ਦੀ ਚੋਣ ਦਾ ਮੌਕਾ ਨਹੀਂ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੱਡਸ ਨੂੰ ਸਿਲੈਕਟ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਂਦਾ ਹੈਗਾ। ਐਜ਼ ਦੀ ਸ਼ਾਪ ਆਰ ਡੀਲ ਇਨ ਲਿਮਟਡ ਰੇਂਜ ਆਫ ਪ੍ਰੋਡਕਟ, ਕਿਉਂ ਨਹੀਂ ਦਿੱਤਾ ਜਾਂਦਾ? ਕਿਉਂਕਿ ਉਹਨਾਂ ਕੋਲ ਜਿਹੜੀ ਰੇਂਜ ਹੁੰਦੀ ਆ ਲਿਮਟਡ ਹੁੰਦੀ ਆ। ਠੀਕ ਆ। ਕੰਜ਼ਿਊਮਰ ਡੂ ਨਾਟ ਗੈਟ ਐਨੀ ਓਪਰਚੁਨਿਟੀ ਫॉर ਸਿਲੈਕਟਿੰਗ ਦਾ ਗੁੱਡਸ, ਉਹਨੂੰ ਓਪਰਚੁਨਿਟੀ ਨਹੀਂ ਮਿਲਦੀ ਕਿ ਉਹ ਜ਼ਿਆਦਾ ਵਿੱਚੋਂ ਸਿਲੈਕਟ ਕਰੇ। ਸੋ ਜੋ ਉਹਨੂੰ ਦਿਖਦਾ ਉਹਦੇ ਵਿੱਚੋਂ ਹੀ ਉਹਨੂੰ ਸਿਲੈਕਟ ਕਰਨਾ ਪੈਂਦਾ। ਨੋ ਹੋਮ ਡਿਲੀਵਰੀ, ਇੱਕ ਘਰ ਸਪੁਰਦਗੀ ਮਤਲਬ ਘਰੇ ਵੀ ਸਮਾਨ ਨਹੀਂ ਪਹੁੰਚਾਉਂਦੇ ਹੈਗੇ। ਨੈਕਸਟ ਆ ਜਾਂਦਾ ਲਾਸਟ ਸਰਵ ਪਰਟੀਕੂਲਰ ਸੈਕਸ਼ਨ ਆਫ ਸੋਸਾਇਟੀ ਕਿ ਜਿਹੜੇ ਇਸ ਮਲਟੀਪਲ ਸ਼ਾਪਸ ਆ ਇਹ ਸਟੈਂਡਰਡਾਈਜ਼ ਗੁੱਡਸ ਦੇ ਵਿੱਚ ਡੀਲ ਕਰਦੇ ਆ। ਠੀਕ ਆ। ਜਿਹੜੇ ਕਿ ਰਿਚ ਪਰਸਨ ਇਕੱਲੇ ਅਫੋਰਡ ਕਰ ਪਾਉਂਦੇ ਆ, ਸੋ ਬਾਕੀ ਸਮਾਜ ਦੇ ਜਿਹੜੇ ਵਰਗ ਆ ਉਹ ਇਹਨੂੰ ਅਫੋਰਡ ਨਹੀਂ ਕਰ ਪਾਉਂਦੇ। ਇਹ ਹੋ ਗਿਆ ਆਪਣੀ ਡਿਸਐਡਵਾਂਟੇਜ ਆਫ ਮਲਟੀਪਲ ਸ਼ਾਪਸ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਊਗੀ। ਥੈਂਕ ਯੂ।